Good morning, dear students. So, we were doing the poem Song 36 of Gitanjali. So, this is the song number 36 of Gitanjali. Gitanjali is a collection of poems written by Rabindranath Tagore. ਇੱਕ ਕਵਿਤਾਵਾਂ ਦਾ ਸੰਗ੍ਰਹਿ ਗੀਤਾਂਜਲੀ ਜਿਹਦੇ ਕਰਕੇ ਕਿ ਇਹਨਾਂ ਨੂੰ ਨੋਬੇਲ ਪ੍ਰਾਈਜ਼ ਮਿਲਿਆ this you all know. So now let us continue. So Rabindranath Tagore wrote Gitanjali and we are to study song number 36. Song 36 from Gitanjali. So now as you must have gathered by now, it is a prayer. It is a prayer to God. Song 36 from Gitanjali. So let us start. This is my prayer to thee, my Lord. Strike, strike at the root of penury in my heart. So this is my prayer to you. Thee means you, my Lord. So he is praying to God. God की है, सब दा मालिक है, Lord है. Lord ਦਾ ਮਤਲਬ ਕੀ ਹੁੰਦਾ ਮਾਲਿਕ. Strike, strike at the root of penury in my heart. So ਉਹਨਾਂ ਨੂੰ ਕੀ ਲੱਗਦਾ ਹੈ ਕਿ ਦਿਲ ਵਿੱਚ ਕੋਈ ਘਾਟ ਹੈਗੀ ਹੈ, ਉਹਨਾਂ ਦੇ ਦਿਲ 'ਚ ਗਰੀਬੀ ਹੈ, penury ਹੈ, poverty ਹੈ. So he wants God to remove that poverty of heart that he has. ਕਿ ਮੇਰੇ ਦਿਲ ਦੇ ਅੰਦਰੋਂ ਦੀ ਉਹ ਗਰੀਬੀ ਜੜ ਤੋਂ ਮੁਕਾ ਦਿਓ. ਸੋ ਕੋਈ ਜਿਹੜੀ ਘਾਟ ਹੈਗੀ ਹੈ, ਜਿਹੜੀ ਲੈਕ ਹੈ ਕੋਈ, it should be removed from the root. Give me the strength lightly to bear my joys and sorrows. So ਮੈਨੂੰ ਕੀ ਤਾਕਤ ਦਿਓ ਰੱਬ ਕਿ ਮੈਂ ਖੁਸ਼ੀਆਂ ਤੇ ਦੁੱਖਾਂ ਦੇ ਵਿੱਚ ਇੱਕੋ ਜਿਹਾ ਰਹਾਂ. I should be able to take the joys and sorrows of life equally. ਬਰਾਬਰ ਦੀ ਤਰ੍ਹਾਂ ਦੇ ਨਾਲ, ਮਤਲਬ I should not lose my head when I get joy, and I should not be too crestfallen when I get sorrows in my life. So ਆਪਾਂ ਆਮ ਤੌਰ 'ਤੇ ਕੀ ਕਰਦੇ, ਜਦੋਂ ਖੁਸ਼ੀ ਚੁਣਨੇ ਆ ਤਾਂ ਆਪਣੇ ਆਪ ਨੂੰ, ਜਦੋਂ ਰੱਬ ਖੁਸ਼ੀ ਦਿੰਦਾ ਆਪਣੇ ਆਪ ਨੂੰ ਭੁੱਲ ਜਾਂਦੇ ਆ. ਔਰ ਇਸੇ ਤਰ੍ਹਾਂ ਨਾਲ ਜਦੋਂ ਦੁੱਖ ਦਿੰਦਾ ਤਦ ਵੀ ਅਸੀਂ ਕੀ ਕਰਦੇ ਹਾਂ, ਅਸੀਂ ਆਪਣਾ ਜਿਹੜਾ ਮਾਨਸਿਕ ਸੰਤੁਲਨ ਹੈ ਉਹਨੂੰ ਗਵਾ ਦਿੰਦੇ ਹਾਂ, ਆਪਣਾ ਸੰਤੁਲਨ ਗਵਾ ਦਿੰਦੇ ਹਾਂ. ਵੀ ਬਿਕਮ ਵੈਰੀ ਸੈਡ. ਸੋ ਕੀ ਕਹਿੰਦੇ ਆ ਕਿ ਮੈਨੂੰ ਕਿੱਦਾਂ ਦੀ ਸਟਰੈਂਥ ਦਿਓ ਕਿ ਮੈਂ ਇੱਕੋ ਜਿਹਾ ਰਵਾਂ, ਭਾਵੇਂ ਮੈਨੂੰ ਦੁੱਖ ਮਿਲਣ ਅਤੇ ਭਾਵੇਂ ਮੈਨੂੰ ਖੁਸ਼ੀਆਂ ਮਿਲਣ. ਸੋ ਆਈ ਸ਼ੁੱਡ ਰਿਮੇਨ ਦ ਸੇਮ. ਸੋ ਨਾਓ ਲੈਟ ਅਸ ਪ੍ਰੋਸੀਡ. Give me the strength to make my love fruitful in service. So again, ਕੀ ਤਾਕਤ ਮੰਗ ਰਿਹਾ ਹੋ ਰੱਬ ਤੋਂ ਕਿ ਮੈਨੂੰ ਜਿਹੜਾ ਮੇਰਾ ਤੁਹਾਡੇ ਵਾਸਤੇ ਪਿਆਰ ਹੈ ਉਹਨੂੰ ਮੈਂ ਕੀ ਬਣਾਵਾਂ, ਫਰੂਟਫੁਲ ਬਣਾਵਾਂ. ਫਰੂਟਫੁਲ ਦਾ ਮਤਲਬ ਕੀ ਹੈ ਕਿ ਇਟ ਸ਼ੁੱਡ ਬੀ ਬੈਨੀਫੀਸ਼ੀਅਲ ਟੂ ਅਦਰਸ. ਜਾਂ ਜਿਹੜਾ ਮੇਰਾ ਬਾਕੀ ਇਨਸਾਨਾਂ ਦੇ ਪ੍ਰਤੀ ਪਿਆਰ ਹੈ, ਜਾਂ ਜਿਹੜਾ ਮੇਰਾ ਰੱਬ ਦੇ ਪ੍ਰਤੀ ਪਿਆਰ ਹੈ, ਉਹਨੂੰ ਮੈਂ ਕੀ ਬਣਾ ਸਕਾਂ, ਫਰੂਟਫੁਲ ਬਣਾ ਸਕਾਂ. ਫਰੂਟਫੁਲ ਦਾ ਮਤਲਬ ਹੀ ਕੀ ਹੈ ਕਿ ਕੋਈ ਫਾਇਦਾ ਹੋਵੇ, ਕਿ ਕਿਸੇ ਨੂੰ ਕੋਈ ਫਾਇਦਾ ਹੋਵੇ ਉਸ ਚੀਜ਼ ਦਾ. ਫੋਰ ਐਗਜ਼ਾਮਪਲ, ਜਿਸ ਤਰ੍ਹਾਂ ਕਿ ਆਈ ਜਸਟ ਗਿਵ ਯੂ ਐਨ ਐਗਜ਼ਾਮਪਲ ਕਿ ਤੁਸੀਂ ਆਪਣੇ ਯੂ ਆਲ ਲਵ ਯੂਰ ਪੇਰੈਂਟਸ ਐਂਡ ਯੂ ਕੀਪ ਔਨ ਟੈਲਿੰਗ them that you love them very much, but if they ask for a glass of water and then if you refuse to give even that glass of water, then what is the use of your love for them? ਮਤਲਬ ਕਿ ਜਿਹੜਾ ਤੁਹਾਡਾ ਪਿਆਰ ਹੈ ਦੂਜਿਆਂ ਵਾਸਤੇ ਉਹ ਕਿਹਦੇ ਵਿੱਚ ਬਦਲਣਾ ਚਾਹੀਦਾ, ਸੇਵਾ ਦੇ ਵਿੱਚ. ਮਤਲਬ ਦੇ ਸ਼ੁੱਡ ਬੀ ਸਰਵਡ ਬਾਈ ਯੂ. ਇਸੇ ਤਰ੍ਹਾਂ ਦੇ ਨਾਲ ਹੁਣ ਤੁਸੀਂ ਰੱਬ ਨੂੰ ਕਹਿੰਦੇ ਹੋ ਕਿ ਮੈਂ ਬਹੁਤ ਪਿਆਰ ਕਰਦਾ ਹਾਂ ਜਾਂ ਮੈਂ ਬਹੁਤ ਪਿਆਰ ਕਰਦੀ ਹਾਂ, ਤਾਂ ਉਹਨੂੰ ਫਿਰ ਪਿਆਰ ਨੂੰ ਕਾਹਦੇ 'ਚ ਕਨਵਰਟ ਕਰੋ, ਸੇਵਾ ਵਿੱਚ. ਕਿ ਮਤਲਬ ਤੁਸੀਂ ਦੂਸਰਿਆਂ ਦੀ ਸੇਵਾ ਕਰੋਗੇ ਤਾਂ ਤਦ ਹੀ ਉਸ ਪਿਆਰ ਦਾ ਫਾਇਦਾ. ਅਦਰਵਾਈਜ਼ ਤੁਸੀਂ ਜੋ ਮਰਜ਼ੀ ਕਹੀ ਜਾਓ. Give me the strength to make my love fruitful in service. Service ਦਾ ਮਤਲਬ ਹੀ ਕੀ ਹੈ, ਸੇਵਾ ਦੇ ਵਿੱਚ. Give me the strength never to disown the poor or bend my knees before insolent might. So give me the strength ਕਿ ਮੈਨੂੰ, ਹੇ ਭਗਵਾਨ ਮੈਨੂੰ ਇੱਦਾਂ ਦੀ ਤਾਕਤ ਦਿਓ ਕਿ ਮੈਂ ਕਦੀ ਵੀ ਗਰੀਬਾਂ ਤੋਂ ਮੂੰਹ ਨਾ ਮੋੜਾਂ,
ਆਈ ਸ਼ੁੱਡ ਨੈਵਰ ਡਿਸਓਨ ਦ ਪੂਅਰ। ਸੋ ਆਮ ਤੌਰ 'ਤੇ ਆਪਾਂ ਕੀ ਸੋਚਦੇ ਹਾਂ, ਆਮ ਤੌਰ 'ਤੇ ਆਪਾਂ ਦੁਨੀਆ ਵਿੱਚ ਕੀ ਦੇਖਦੇ ਹਾਂ ਕਿ ਦ ਪੀਪਲ ਹੂ ਆਰ ਪੂਅਰ, ਕੋਈ ਉਹਨਾਂ ਦੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ, ਹਰ ਕੋਈ ਉਹਨਾਂ ਨੂੰ ਕੀ ਕਰ ਦਿੰਦਾ, ਡਿਸਓਨ ਕਰ ਦਿੰਦਾ। ਮੀਨਸ ਉਹਨਾਂ ਨੂੰ ਕੋਈ ਅਪਣਾਉਂਦਾ ਨਹੀਂ ਹੈ, ਹਰ ਕੋਈ ਕੀ ਕਹਿੰਦਾ ਹੈ, ਜਿਹੜਾ ਗਰੀਬ ਹੈ ਵਿਅਕਤੀ ਉਹਦੇ ਤੋਂ ਉਹਦੇ ਰਿਸ਼ਤੇਦਾਰ ਵੀ ਲੋਕਾਂ ਦੇ ਸਾਹਮਣੇ ਮੰਨਣਾ ਨਹੀਂ ਚਾਹੁੰਦੇ ਕਿ ਅਸੀਂ ਇਹਦੇ ਰਿਸ਼ਤੇਦਾਰ ਹਾਂ। ਪਰ ਉਹ ਕੀ ਕਹਿੰਦਾ ਕਿ ਮੈਨੂੰ ਇੰਨਾ ਕੁ ਤਾਕਤਵਰ ਬਣਾ, ਦੈਟ ਆਈ ਸ਼ੁੱਡ ਨੈਵਰ ਡਿਸਓਨ ਦ ਪੂਅਰ, ਕਿ ਮੈਂ ਗਰੀਬਾਂ ਨੂੰ ਕਦੇ ਵੀ ਆਪਣੇ ਤੋਂ ਉਹਨਾਂ ਨੂੰ ਦੁਤਕਾਰਾਂ ਨਾ, ਉਹਨਾਂ ਨੂੰ ਆਪਣੇ ਤੋਂ ਦੂਰ ਨਾ ਕਰਾਂ। ਔਰ ਬੈਂਡ ਮਾਈ ਨੀਜ਼ ਬਿਫੋਰ ਇਨਸੋਲੈਂਟ ਮਾਈਟ, ਜਾਂ ਆਪਾਂ ਕਈ ਵਾਰੀ ਕੀ ਕਰਦੇ ਹਾਂ, ਆਪਣੇ ਗੋਡੇ ਟੇਕ ਦਿੰਦੇ ਹਾਂ ਕਿਹਦੇ ਸਾਹਮਣੇ, ਜਿਹੜਾ ਕਿ ਮਾਈਟੀ ਹੈ। ਸੋ ਮਾਈਟੀ ਦਾ ਮਤਲਬ ਕੀ ਹੁੰਦਾ, ਤਾਕਤਵਰ, ਔਰ ਮਾਈਟ ਦਾ ਮਤਲਬ ਕੀ ਹੈ, ਤਾਕਤ। ਸੋ ਇਨਸੋਲੈਂਟ ਦਾ ਮਤਲਬ ਕੀ ਹੁੰਦਾ, ਜਿਹੜਾ ਵਿਅਕਤੀ ਬਹੁਤ ਹੀ ਰੂਡ ਹੈ, ਬਦਤਮੀਜ਼ ਹੈ। ਸੋ ਆਮ ਤੌਰ 'ਤੇ ਅਸੀਂ ਡਰ ਦੇ ਮਾਰੇ, ਜਿਹੜੇ ਲੋਕ ਬਹੁਤ ਤਾਕਤਵਰ ਹੈ ਉਹਨਾਂ ਦੇ ਸਾਹਮਣੇ ਆਪਾਂ ਕੀ ਕਰਦੇ ਹਾਂ, ਆਪਾਂ ਗੋਡੇ ਟੇਕ ਦਿੰਦੇ ਹਾਂ। ਸੋ ਉਹ ਕੀ ਕਹਿੰਦਾ ਕਿ ਇਸ ਤਰ੍ਹਾਂ ਮੈਂ, ਹੇ ਈਸ਼ਵਰ, ਮੈਂ ਕਦੀ ਵੀ ਨਾ ਕਰਾਂ, ਮੈਨੂੰ ਇੰਨੀ ਕੁ ਤਾਕਤ ਦੇ। ਗਿਵ ਮੀ ਦ ਸਟਰੈਂਥ ਨੈਵਰ ਟੂ ਡਿਸਓਨ ਦ ਪੂਅਰ ਔਰ ਬੈਂਡ ਮਾਈ ਨੀਜ਼ ਬਿਫੋਰ ਇਨਸੋਲੈਂਟ ਮਾਈਟ। ਸੋ ਨੀਜ਼ ਕੀ ਹੁੰਦੇ, ਗੋਡੇ, ਸੋ ਗੋਡੇ ਟੇਕ ਦੇਣਾ ਬਿਫੋਰ ਇਨਸੋਲੈਂਟ ਮਾਈਟ। ਓਕੇ, give me the strength to raise my mind high above daily trifles। ਸੋ ਫਿਰ ਉਹ ਅੱਗੇ ਕੀ ਕਹਿੰਦੇ ਕਿ ਮੈਨੂੰ ਇੰਨੀ ਕੁ ਤਾਕਤ ਦੇ ਕਿ ਮੈਂ ਜੀਵਨ ਦੀਆਂ ਰੋਜ਼ ਦੀਆਂ ਜਿਹੜੀਆਂ ਟਰਾਈਫਲਸ ਹੈ, ਟਰਾਈਫਲਸ ਦਾ ਮਤਲਬ ਵੀ ਕੀ ਹੁੰਦਾ, ਜਿਹੜੀਆਂ ਕਿ ਛੋਟੀਆਂ ਮੋਟੀਆਂ, ਜਿਹੜੀਆਂ ਤੁਹਾਨੂੰ ਇਰੀਟੇਟ ਕਰਨ ਵਾਲੀਆਂ ਚੀਜ਼ਾਂ ਹੈ, ਦੋਜ਼ ਆਰ ਦ ਟਰਾਈਫਲਸ। ਸੋ ਬਹੁਤ ਵਾਰੀ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਕੀ ਹੋ ਜਾਂਦੇ, ਪਰੇਸ਼ਾਨ ਹੋ ਜਾਂਦੇ ਹਾਂ। ਸੋ ਟਰਾਈਫਲਸ ਕੀ ਹੁੰਦੇ ਆ, ਫੋਰ ਐਗਜ਼ਾਮਪਲ ਲਾਈਟ ਚਲੀ ਗਈ, ਲਾਈਟ ਨਹੀਂ ਆਈ, ਸਾਡਾ ਇੰਟਰਨੈਟ ਖਰਾਬ ਹੋ ਗਿਆ। ਸੋ ਦੀਜ਼ ਆਰ ਦ ਡੇਲੀ ਟਰਾਈਫਲਸ, ਮਤਲਬ ਛੋਟੇ ਛੋਟੇ ਚੀਜ਼ਾਂ। ਸੋ ਕੀ ਕਹਿੰਦੇ ਆ ਕਿ ਮੈਨੂੰ ਇੰਨੀ ਕੁ ਤਾਕਤ ਦੇ ਕਿ ਮੈਂ ਇਹਨਾਂ ਤੋਂ ਉੱਪਰ ਉੱਠ ਸਕਾਂ, ਛੋਟੀਆਂ ਛੋਟੀਆਂ ਚੀਜ਼ਾਂ ਤੋਂ ਮੈਂ ਇਰੀਟੇਟ ਨਾ ਹੋਵਾਂ, ਖਿਜਾ ਨਾ ਮੈਂ। give me the strength to surrender my strength to thy will with love। ਸੋ ਨੈਕਸਟ ਜਿਹੜੀ ਉਹ ਲਾਸਟ ਵਿੱਚ ਗੱਲ ਕਹਿੰਦੇ ਉਹ ਬਹੁਤ ਵੱਡੀ ਹੈ, ਔਰ ਉਹ ਕੀ ਹੈ, ਐਂਡ ਗਿਵ ਮੀ ਦ ਸਟਰੈਂਥ ਟੂ ਸਰੈਂਡਰ ਮਾਈ ਸਟਰੈਂਥ ਟੂ दाई विल। दाई मीन्स योर, ਔਰ ਵਿਲ ਦਾ ਮਤਲਬ ਕੀ ਹੁੰਦਾ, ਮਰਜ਼ੀ, ਕਿ ਮੈਂ ਤੇਰੀ ਮਰਜ਼ੀ ਦੇ ਵਿੱਚ ਰਹਿ ਸਕਾਂ, ਮੈਨੂੰ ਇੰਨੀ ਤਾਕਤ ਦੇ। ਸੋ ਦੀਜ਼ ਆਰ ਵੈਰੀ ਬਿਊਟੀਫੁਲ ਲਾਈਨਸ ਐਕਚੁਅਲੀ ਇਫ ਯੂ ਥਿੰਕ ਡੀਪਲੀ। ਫॉर एग्जाम्पल इट इज़ वेरी ईजी टू से दैट वी शुड ओबे द विल ऑफ गॉड, कि जो रब करदा वो चंगा हुंदा है एंड सानू रब दे भाने विच रहना चाहिए। बट इट इज़ वेरी डिफिकल्ट टू फॉलो दिस। इट इज़ वेरी ईजी टू से कि रब जो भी करदा है सानू मन जाना चाहिए, बट इट इज़ वेरी डिफिकल्ट टू डू सो इन प्रैक्टिस, और इट इज़ वेरी डिफिकल्ट टू डू सो एक्चुअली। सो की कहते हैं कि तेरी मर्जी, दाई विल, योर विल, तुहाडी मर्जी दे विच मैं रह सकां, मैं सरैंडर कर सकां अपनी ताकत नूं, न्यौछावर कर सकां अपने आप नूं तुहाडी रज़ा दे विच, और मैं ये चीज़ प्यार नाल कर सकां। सो बहुत बारी की हुंदा है कि रब साडे तो छोटी जी भी चीज़ ले लैंदा है, तो असीं की हो जांदे हैं, वी बिकम वेरी डिस्टर्ब्ड। फिर सो असीं की सोचदे हैं, बहुत बारी ਅਸੀਂ ਕੀ ਕਹਿੰਦੇ ਹਾਂ, ਹੁਣ ਅਸੀਂ ਵੀ ਵਿਲ ਨੈਵਰ ਗੋ ਟੂ ਰਿਲੀਜੀਅਸ ਪਲੇਸ, ਕਿ ਹੁਣ ਅਸੀਂ ਗੁਰਦੁਆਰੇ ਨਹੀਂ ਜਾਣਾ, ਰੱਬ ਨੇ ਸਾਡੇ ਨਾਲ ਬਹੁਤ ਮਾੜੀ ਕੀਤੀ। ਕਈ ਲੋਕ ਕੀ ਕਰਦੇ ਹੈ, ਦੇ ਸਟਾਪ ਬਿਲੀਵਿੰਗ ਇਨ ਗੋਡ whenever God takes away something from them or someone from them। ਸੋ ਲੋਕੀ ਰੱਬ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹਟ ਜਾਂਦਾ ਹੈ। ਫਿਰ ਪਰ ਉਹ ਕੀ ਕਹਿੰਦੇ ਕਿ ਤੁਹਾਡਾ ਜੋ ਤੁਸੀਂ ਮਰਜ਼ੀ ਤੁਹਾਡੀ ਹੈਗੀ, ਮੈਂ ਉਹਦੇ ਵਿੱਚ ਰਹਿ ਸਕਾਂ, ਮੈਨੂੰ ਇੰਨੀ ਤਾਕਤ ਦੇ, ਕਿਉਂਕਿ ਦਿਸ ਰਿਕੁਆਇਰਸ ਅ ਲੋਟ ਆਫ ਸਟਰੈਂਥ। ਇਹ ਜਿਹੜੀ ਚੀਜ਼ ਹੈ ਇਹ ਤੁਹਾਡੀ ਬਹੁਤ ਤਾਕਤ ਮੰਗਦੀ ਹੈ। ਯੂ ਹੈਵ ਟੂ ਬੀ ਸਟਰੋਂਗ, ਯੂ ਹੈਵ ਟੂ ਬੀ ਵੈਰੀ ਸਟਰੋਂਗ ਮੈਂਟਲੀ, ਜੇ ਤੁਸੀਂ ਕਿਹਦੇ ਵਿੱਚ ਰਹਿਣਾ ਚਾਹੁੰਦੇ ਹੋ, ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੁੰਦੇ ਹੋ। ਇਟ ਇਜ਼ ਵੈਰੀ ਡਿਫਿਕਲਟ ਟੂ ਡੂ ਸੋ। ਸੋ ਨਾਓ ਆਈ